ਅੱਜ ਦਾ ਸਾਡਾ ਲੈਸਨ ਹੈ ਭੋਲੀ। ਏ ਆਵਾਸ ਨੇ ਲਿਖਿਆ ਹੈ। ਐਮ ਆਵਾਸ ਨੂੰ ਏ ਆਵਾਸ ਦੇ ਨਾਮ ਨਾਲ ਜਾਣਿਆ ਜਾਂਦਾ। ਉਹ ਇੰਡੀਅਨ ਫਿਲਮ ਡਾਇਰੈਕਟਰ, ਨੋਵਲਿਸਟ ਸੀ, ਸਕਰੀਨ ਰਾਈਟਰ ਸੀ ਅਤੇ ਜਰਨਲਿਸਟ ਸੀ ਅਤੇ ਉਹਨਾਂ ਨੇ ਫਿਲਮ ਸਾਥ ਹਿੰਦੁਸਤਾਨੀ ਐਂਡ ਦੋ ਬੂੰਦ ਪਾਣੀ ਫਿਲਮਾਂ ਬਣਾਈਆਂ। ਇੰਟੈਗ੍ਰੇਸ਼ਨ ਦੇ ਲਈ ਉਹਨਾਂ ਨੂੰ ਬੈਸਟ ਫਿਲਮ ਦਾ ਅਵਾਰਡ। ਡਿਸਕਾਰਡਡ ਚਾਈਲਡ ਸੀ, ਅਨਕੇਅਰਡ ਚਾਈਲਡ, ਸਟੈਮਰ ਮੀਨਿੰਗ ਹਕਲਾ ਕੇ ਬੋਲਦੀ ਸੀ, ਉਸਦੇ ਵੱਲ ਕੋਈ ਵੀ ਧਿਆਨ ਨਹੀਂ ਸੀ ਦਿੰਦਾ। ਉਸਦੇ ਅੰਦਰ ਇੱਕ ਇਨਫੀਰੀਅਰਟੀ ਕੰਪਲੈਕਸ ਆ ਗਿਆ ਸੀ ਕਿ ਦੂਜਿਆਂ ਤੋਂ ਆਪਣੇ ਆਪ ਨੂੰ ਘਟੀਆ ਸਮਝਦੀ ਸੀ। ਪਰ ਉਸਦੇ ਪ੍ਰਾਇਮਰੀ ਦੇ ਸਕੂਲ ਟੀਚਰ ਨੇ ਉਸਨੂੰ ਪ੍ਰੋਪਰ ਤਰੀਕੇ ਦੇ ਨਾਲ ਗਾਈਡ ਕੀਤੀ। ਸਿੱਖਿਆ ਨੇ ਉਸਦੇ ਅੰਦਰ ਕਰੇਜ ਪੈਦਾ ਕੀਤਾ, ਕੈਪੇਬਿਲਿਟੀ ਪੈਦਾ ਕੀਤੀ, ਯੋਗਤਾ। ਅਗੇਂਸਟ ਹਰ ਵੀਕਨੈਸ, ਜਿਹੜੀ ਉਸਦੀ ਆਪਣੀ ਕਮਜ਼ੋਰੀ ਸੀ ਉਸਦੇ ਵਿਰੁੱਧ ਉਹ ਲੜ ਸਕੀ। ਉਸਨੇ ਰਿਫਿਊਜ਼ ਮੀਨਿੰਗ ਮਨਾ ਕਰ ਦਿੱਤਾ ਬਿਸ਼ੰਬਰ ਨਾਥ ਦੇ ਨਾਲ ਵਿਆਹ ਕਰਨ ਤੋਂ, ਜਿਹੜਾ ਕਿ ਇੱਕ ਗਰੀਡੀ ਪਰਸਨ ਸੀ। ਉਸਦੀ ਐਜੂਕੇਸ਼ਨ ਨੇ ਉਸਦੀ ਹੈਲਪ ਕੀਤੀ ਕਿ ਉਹ ਇੰਡੀਪੈਂਡੈਂਟ ਹੋ ਗਈ। ਉਸਦੀ ਸਹੀ ਡਿਸੀਜ਼ਨ ਨੇ ਉਸਨੂੰ ਸੁਸਾਇਟੀ ਦੇ ਵਿੱਚ ਰਿਸਪੈਕਟੇਬਲ ਬਣਾਇਆ। ਅਤੇ ਇਹ ਲੈਸਨ ਪੜ੍ਹਨ ਤੋਂ ਬਾਅਦ ਤੁਹਾਨੂੰ ਪਤਾ ਚੱਲੇਗਾ ਕਿ ਐਜੂਕੇਸ਼ਨ ਤੁਹਾਡੀ ਲਾਈਫ ਦੇ ਵਿੱਚ ਕਿੰਨੀ ਇੰਪੋਰਟੈਂਟ ਹੈ ਔਰ ਟੀਚਰ ਦਾ ਰੋਲ ਤੁਹਾਡੀ ਲਾਈਫ ਦੇ ਵਿੱਚ ਕਿੰਨਾ ਇੰਪੋਰਟੈਂਟ ਹੈ। ਹਰ ਨੇਮ ਵਾਜ ਸਲੇਖਾ, ਹਰ ਭੋਲੀ ਦੇ ਲਈ ਵਰਤਿਆ ਗਿਆ। ਉਸਦਾ ਨੇਮ ਸਲੇਖਾ ਸੀ। ਬਟ ਸਿੰਸ ਅ ਚਾਈਲਡਹੁੱਡ, ਪਰ ਬਚਪਨ ਤੋਂ ਹਰ ਇੱਕ ਉਸਨੂੰ ਕੀ ਕਹਿੰਦਾ ਸੀ? ਭੋਲੀ ਜਾਂ ਸਿੰਪਲਟਨ ਮੀਨਿੰਗ ਸਧਾਰਨ, ਸਿੱਧੀ ਕਿਹਾ ਜਾਂਦਾ। ਨੰਬਰਦਾਰ ਰਾਮ ਲਾਲ ਦੀ ਚੌਥੀ ਲੜਕੀ ਸੀ। ਜਦੋਂ ਉਹ 10 ਮਹੀਨਿਆਂ ਦੀ ਹੋਈ ਤਾਂ ਉਹ ਆਪਣੀ ਚਾਰਪਾਈ ਤੋਂ ਨੀਚੇ ਗਿਰ ਗਈ, ਹੋ ਗਿਆ। ਕੁਛ ਪਾਰਟ ਉਸਦੇ ਬ੍ਰੇਨ ਦਾ ਡੈਮੇਜ ਹੋ ਗਿਆ ਅਤੇ ਇਸ ਤਰ੍ਹਾਂ ਉਹ ਕੀ ਹੈ, ਇੱਕ ਬੈਕਵਰਡ ਚਾਈਲਡ ਰਹੀ, ਜਿਹੜਾ ਸਾਰਿਆਂ ਤੋਂ ਪਿਛੜਿਆ ਹੋਇਆ ਸੀ। ਸਿੱਧੀ ਕਿਹਾ ਜਾਂਦਾ ਅਤੇ ਖੂਬਸੂਰਤ ਸੀ। ਪਰ ਜਦੋਂ ਉਹ 2 ਸਾਲ ਦੀ ਦਾ ਅਟੈਕ ਹੋ ਗਿਆ, ਸਿਰਫ ਉਸ ਦੀਆਂ ਅੱਖਾਂ ਬਚੀਆਂ ਪਰ ਉਹਦੀ ਬੋਡੀ ਪਰਮਾਨੈਂਟਲੀ ਹੋ ਗਈ। ਕਿਸ ਚੀਜ਼ ਦੇ ਨਾਲ? ਬਲੈਕ ਪੋਕ ਮਾਰ, ਚੇਚਕ ਦੇ ਦਾਗ ਦੇ ਨਾਲ। ਛੋਟੀ ਸੁਲੇਖਾ ਨਾ ਤਾਂ ਬੋਲ ਕੇ ਉਹ 5 ਸਾਲ ਦੀ ਨਾ ਹੋ ਗਈ, ਲਰਨ ਟੂ ਸਪੀਕ, ਉਹ ਕੀ ਹੈ, ਹਕਲਾ ਕੇ ਬੋਲਣ ਲੱਗ ਪਈ। ਤੇ ਬੱਚੇ ਉਸਦਾ ਮਜ਼ਾਕ ਉਡਾਉਂਦੇ ਸੀ। ਮੇਡ ਫਨ ਆਫ ਦਾ ਮਤਲਬ ਮਜ਼ਾਕ ਉਡਾਉਣਾ। ਐਂਡ ਮਮਾਈਕ ਮੀਨਿੰਗ ਨਕਲ ਉਤਾਰਨਾ, ਉਸਦੀ ਨਕਲ ਉਤਾਰਦੇ ਸੀ। ਉਸਦਾ ਕੀ ਰਿਜ਼ਲਟ ਸੀ ਕਿ ਉਹ ਬਹੁਤ ਘੱਟ ਗੱਲ ਕਰਦੀ ਸੀ। ਰਾਮ ਲਾਲ ਉਸਦੇ ਫਾਦਰ ਦਾ ਨਾਮ ਹੈ। ਉਸਦੇ 7 ਬੱਚੇ ਸਨ, 3 ਲੜਕੇ ਅਤੇ 4 ਲੜਕੀਆਂ, ਅਤੇ ਸਭ ਤੋਂ ਛੋਟੀ ਉਹਨਾਂ ਵਿੱਚੋਂ ਯੰਗੈਸਟ ਭੋਲੀ ਸੀ। ਪ੍ਰੋਸਪੈਰਸ ਫਾਰਮ ਦਾ ਘਰ ਸੀ, ਖਾਣ ਪੀਣ ਲਈ ਕਾਫੀ ਸੀ। ਸਾਰੇ ਬੱਚੇ ਭੋਲੀ ਤੋਂ ਬਿਨਾਂ ਹੈਲਦੀ ਸੀ, ਸਟਰੋਂਗ ਸੀ। ਲੜਕਿਆਂ ਨੂੰ ਸ਼ਹਿਰ ਵਿੱਚ ਭੇਜਿਆ ਗਿਆ, ਅਲੱਗ-ਅਲੱਗ ਸਕੂਲਾਂ ਵਿੱਚ ਪੜ੍ਹਨ ਲਈ, ਫਿਰ ਕਾਲਜਿਸ ਵਿੱਚ ਭੇਜਿਆ ਗਿਆ। ਰਾਧਾ ਵੱਡੀ ਸੀ ਅਤੇ ਉਸਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਸੀ। ਸੈਕਿੰਡ ਡਾਟਰ ਮੰਗਲਾ ਦੀ ਸ਼ਾਦੀ, ਸਭ ਤੋਂ ਵੱਡੀ ਲੜਕੀ ਦਾ ਨਾਮ ਸੀ ਰਾਧਾ, ਉਸ ਤੋਂ ਨੈਕਸਟ ਦਾ ਸੀ ਮੰਗਲ। ਸਭ ਕੁਝ ਹੋ ਗਿਆ। ਰਾਮ ਲਾਲ ਤੀਸਰੀ ਲੜਕੀ ਚੰਪਾ ਦੇ ਬਾਰੇ, ਉਹ ਸਾਰੀਆਂ ਖੂਬਸੂਰਤ ਸਨ। ਗੁੱਡ ਲੁਕਿੰਗ ਮੀਨਿੰਗ ਖੂਬਸੂਰਤ, ਹੈਲਦੀ, ਤੰਦਰੁਸਤ ਸੀ ਅਤੇ ਉਹਨਾਂ ਲਈ ਦੁੱਲੇ ਲੱਭਣਾ ਕੋਈ ਔਖਾ ਕੰਮ ਨਹੀਂ ਸੀ। ਬ੍ਰਾਈਡ ਨੂੰ ਮੀਨਿੰਗ ਦੁੱਲੇ। ਲਾਲ ਨੂੰ ਭੋਲੀ ਬਾਰੇ ਚਿੰਤਾ ਸੀ। ਨਾ ਤਾਂ ਉਹ ਇੰਟੈਲੀਜੈਂਸ ਸੀ, ਉਹਦੇ ਅੰਦਰ ਬੁੱਧੀਮਤਾ ਸੀ। ਭੋਲੀ ਜਦੋਂ 7 ਸਾਲ ਦੀ ਹੋਈ, ਜਦੋਂ ਮੰਗਲਾ ਦਾ ਵਿਆਹ ਹੋ ਗਿਆ। ਸੇਮ ਈਅਰ ਇੱਕ ਪ੍ਰਾਇਮਰੀ ਸਕੂਲ ਖੋਲ੍ਹਿਆ ਗਿਆ ਲੜਕੀਆਂ ਦੇ ਲਈ ਉਹਨਾਂ ਦੇ ਪਿੰਡ ਦੇ ਵਿੱਚ। ਤਹਿਸੀਲਦਾਰ ਸਾਹਿਬ ਉੱਥੇ ਆਏ, ਉਹਨਾਂ ਨੇ ਸਕੂਲ ਦੀ ਓਪਨਿੰਗ ਸੈਰਾਮਨੀ ਪਰਫੋਰਮ ਕਰਨੀ ਸੀ। ਸਕੂਲ ਰਾਮ ਲਾਲ ਨੂੰ ਕਿਹਾ ਕਿ ਇੱਕ ਰੈਵਨਿਊ ਅਫੀਸ਼ੀਅਲ ਦੇ ਤੌਰ 'ਤੇ, ਖਜ਼ਾਨਾ ਅਫਸਰ ਦੇ ਤੌਰ 'ਤੇ ਤੁਸੀਂ ਪ੍ਰਤੀਨਿਧੀ ਹੋ ਸਰਕਾਰ ਦੇ, ਅਤੇ ਇਸ ਕਰਕੇ ਤੁਹਾਨੂੰ ਐਗਜ਼ਾਮਪਲ ਸੈੱਟ ਕਰਨੀ ਹੋਵੇਗੀ ਦੂਸਰੇ ਪੇਂਡੂਆਂ ਦੇ ਲਈ। ਤੁਹਾਨੂੰ ਆਪਣੀਆਂ ਲੜਕੀਆਂ ਨੂੰ ਸਕੂਲ ਭੇਜਣਾ ਹੋਏਗਾ। ਉਸ ਰਾਤ ਜਦੋਂ ਰਾਮ ਲਾਲ ਨੇ ਵਾਈਫ ਦੇ ਨਾਲ ਸਲਾਹ ਕੀਤੀ, ਕੰਸਲਟ ਮੀਨਿੰਗ ਸਲਾਹ ਕਰਨਾ, ਉਹ ਚਿਲਾਈ। ਉਸਨੇ ਉਸ ਨੂੰ ਕੀ ਕਿਹਾ ਕਿ ਤੁਸੀਂ ਕਰੇਜ਼ੀ ਹੋ, ਪਾਗਲ ਹੋ। ਇਫ ਗਰਲਸ ਗੋ ਟੂ ਸਕੂਲ, ਜੇ ਲੜਕੀਆਂ ਸਕੂਲ ਜਾਣ ਲੱਗ, ਮੈਰੀ ਦੈਮ, ਉਹਨਾਂ ਨਾਲ ਕੌਣ ਵਿਆਹ ਕਰੇਗਾ? ਪਰ ਰਾਮ ਲਾਲ ਦੇ ਵਿੱਚ ਇੰਨਾ ਹੌਸਲਾ ਨਹੀਂ ਸੀ ਕਿ ਉਹ ਤਹਿਸੀਲਦਾਰ ਦੀ ਆਗਿਆ ਦੀ ਉਲੰਘਣ ਕਰਤਾ। ਅਖੀਰ ਵਿੱਚ ਉਸਦੀ ਪਤਨੀ ਨੇ ਕਿਹਾ, ਮੈਂ ਹੈ ਭੋਲੀ ਨੂੰ ਸਕੂਲ ਭੇਜ ਦਿਓ, ਉਸਦੇ ਵਿਆਹ ਦਾ ਬਹੁਤ ਘੱਟ ਚਾਂਸ ਹੈ। ਚਿਹਰਾ ਬਦਸੂਰਤ ਹੈ ਅਤੇ ਉਸਨੂੰ ਅਕਲ ਵੀ ਨਹੀਂ ਹੈ। ਅਗਲੀ ਫੇਸ, ਬਦਸੂਰਤ ਚਿਹਰਾ, ਲੈਕ ਆਫ ਸੈਂਸ ਮੀਨਿੰਗ ਅਕਲ ਨਾ ਹੋਣਾ, ਅਤੇ ਉਸਦੇ ਬਾਰੇ ਉਸਦੇ ਸਕੂਲ ਟੀਚਰ ਹੀ ਚਿੰਤਾ ਕਰਨਗੇ। ਦਿਨ ਰਾਮ ਲਾਲ ਨੇ ਭੋਲੀ ਨੂੰ ਪਕੜਿਆ ਹੱਥ ਤੋਂ ਅਤੇ ਕਿਹਾ, ਮੇਰੇ ਨਾਲ ਆਓ, ਕਮ ਵਿਦ, ਸਕੂਲ ਲੈ ਕੇ ਜਾਵਾਂਗਾ। ਭੋਲੀ ਡਰ ਗਈ। ਫਲਟਰ ਮੀਨਿੰਗ ਡਰ ਜਾਣਾ। ਉਹਨੂੰ ਪਤਾ ਨਹੀਂ ਸੀ ਕਿ ਸਕੂਲ ਕਿਸ ਤਰ੍ਹਾਂ ਦਾ ਹੁੰਦਾ ਹੈ। ਵਾਜ਼ ਲਾਈਕ, ਉਸਨੂੰ ਯਾਦ ਸੀ ਕਿ ਕੁਝ ਦਿਨ ਪਹਿਲਾਂ ਕਿਸ ਤਰ੍ਹਾਂ ਉਹਨਾਂ ਦੀ ਬੁੱਢੀ ਗਾਂ
ਲਕਸ਼ਮੀ ਨੂੰ ਕਿਸ ਤਰ੍ਹਾਂ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਐਂਡ ਸੋਲਡ ਮੀਨਿੰਗ ਵੇਚ ਦਿੱਤਾ ਗਿਆ ਸੀ। ਲਕਸ਼ਮੀ ਉਹਨਾਂ ਦੀ ਗਾਂ ਦਾ ਨਾਮ ਹੈ। ਉਸਨੇ ਆਪਣਾ ਹੱਥ ਖਿੱਚ ਲਿਆ ਆਪਣੇ ਫਾਦਰ ਦੀ ਪਕੜ ਦੇ ਵਿੱਚੋਂ। ਉਸਨੇ ਕਿਹਾ, ਤੈਨੂੰ ਕੀ ਗੱਲ ਹੈ ਮੂਰਖ। ਮੈਟਰ ਮੀਨਿੰਗ, ਮੈਂ ਤੈਨੂੰ ਸਕੂਲ ਹੀ ਤਾਂ ਲਿਜਾ ਰਿਹਾ ਹਾਂ। ਫਿਰ ਉਸਨੇ ਆਪਣੀ ਪਤਨੀ ਨੂੰ ਕਿਹਾ, ਉਸਨੂੰ ਕੋਈ ਸੋਹਣੀ ਜਿਹੀ ਡਰੈਸ ਦੇ ਦਿਓ, ਡੀਸੈਂਟ ਕਲੋਥ, ਸੋਹਣੇ ਕੱਪੜੇ ਦੇ ਦਿਓ, ਨਹੀਂ ਤਾਂ ਉਸਦੇ ਟੀਚਰ ਅਤੇ ਸਕੂਲ ਗਾਰਡ ਦੇ ਬਾਰੇ ਕੀ ਸੋਚਣਗੇ ਜਦੋਂ ਉਸਨੂੰ ਛੋਟੀ ਸੀ। ਇਸ ਕਰਕੇ ਉਸਦੇ ਲਈ ਕੱਪੜੇ ਉਹਦੀਆਂ ਸਿਸਟਰਸ ਦੇ ਉਸਨੂੰ ਪਾਸ ਔਨ ਮੀਨਿੰਗ ਉਸਨੂੰ ਦੇ ਦਿੱਤੇ ਜਾਂਦੇ, ਅੱਗੇ ਉਸਨੂੰ ਪਹਿਨਣ ਲਈ ਦੇ ਦਿੱਤੇ ਜਾਂਦੇ। ਕੋਈ ਉਹਨਾਂ ਦੀ ਧਿਆਨ ਨਹੀਂ ਸੀ ਦਿੰਦਾ, ਨਾ ਹੀ ਉਹਨਾਂ ਨੂੰ ਠੀਕ ਕਰਦੇ ਸੀ, ਨਾ ਉਸਦੇ ਕੱਪੜਿਆਂ ਨੂੰ ਧੋਤਾ ਜਾਂਦਾ ਸੀ। ਬਟ ਟੂਡੇ ਉਹ ਲੱਕੀ ਸੀ ਕਿਉਂਕਿ ਉਸਨੂੰ ਇੱਕ ਸਾਫ਼ ਡਰੈਸ ਪ੍ਰਾਪਤ ਹੋਈ, ਜਿਹੜੀ ਕਿ ਸ਼ਰੰਕ ਮੀਨਿੰਗ ਸੁੰਗੜ ਗਈ ਸੀ ਕਈ ਵਾਰ ਧੋਣ ਤੋਂ ਬਾਅਦ, ਅਤੇ ਹੁਣ ਚੰਪਾ ਦੇ ਫਿੱਟ ਨਹੀਂ ਸੀ। ਸ਼ੀ ਵਾਜ਼ ਈਵਨ ਬੇਸਡ, ਉਸਨੂੰ ਨਹਿਲਾਇਆ ਗਿਆ, ਉਸ 'ਤੇ ਆਇਲ ਲਗਾਇਆ ਗਿਆ। ਰੱਬ ਮੀਨਿੰਗ ਹੇਅਰ, ਮੇਟਡ ਮੀਨਿੰਗ ਉਲਝੇ ਹੋਏ ਵਾਲਾਂ ਵਿੱਚ। ਅਤੇ ਹੀ ਉਸਨੇ ਇਹ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਕਿ ਉਸਨੂੰ ਇੱਕ ਅਜਿਹੀ ਜਗ੍ਹਾ 'ਤੇ ਲਿਜਾਇਆ ਜਾ ਰਿਹਾ ਜਿਹੜੀ ਘਰ ਦੇ ਨਾਲੋਂ ਚੰਗੀ ਹੋਏਗੀ। ਜਦੋਂ ਉਹ ਸਕੂਲ ਪਹੁੰਚ, ਰੈਡੀ ਇੰਡੀਆ ਕਲਾਸਰੂਮਸ, ਬੱਚੇ ਪਹਿਲਾਂ ਹੀ ਕਲਾਸਾਂ ਵਿੱਚ ਸਨ। ਰਾਮ ਲਾਲ ਨੇ ਆਪਣੀ ਲੜਕੀ ਨੂੰ ਹੈਡਮਿਸਟਰਸ ਦੇ ਹੈਂਡਓਵਰ ਕਰ ਦਿੱਤਾ, ਉਹਨਾਂ ਨੂੰ ਸੌਂਪ ਦਿੱਤਾ। ਲੈਫਟ ਲੋਨ ਮੀਨਿੰਗ ਇਕੱਲੇ ਰਹਿ ਜਾਣਾ। ਵਿਚਾਰੀ ਲੜਕੀ ਟੇਡਰ ਮੀਨਿੰਗ ਡਰ ਨਾਲ ਭਰੀਆਂ ਹੋਈਆਂ ਅੱਖਾਂ ਨਾਲ ਇੱਧਰ ਉੱਧਰ ਦੇਖਣ ਲੱਗੀ। ਉੱਥੇ ਕਈ ਕਮਰੇ ਸਨ ਅਤੇ ਹਰ ਕਮਰੇ ਵਿੱਚ ਲੜਕੀਆਂ ਦਰੀ ਦੇ ਉੱਪਰ ਜਾਂ ਟਾਟ ਦੇ ਉੱਪਰ, ਮੈਟਸ ਮੀਨਿੰਗ ਸਕੈਟ ਮੀਨਿੰਗ ਹੁੰਦਾ ਚੌਂਕੜੀ ਮਾਰ ਕੇ ਬੈਠੀਆਂ ਹੋਈਆਂ ਸਨ। ਉਹ ਕਿਤਾਬਾਂ 'ਚੋਂ ਪੜ੍ਹ ਰਹੀਆਂ ਸਨ। ਮਿਸਟਰਸ ਨੇ ਪੋਲੀ ਨੂੰ ਕਲਾਸਰੂਮ ਦੇ ਕਮਰੇ ਦੇ ਕੋਨੇ ਵਿੱਚ ਬੈਠਣ ਲਈ ਕਿਹਾ। ਪੋਲੀ ਨਹੀਂ ਜਾਣਦੀ ਸੀ ਕਿ ਸਕੂਲ ਐਗਜ਼ੈਕਟਲੀ ਕੀ ਹੈ, ਇਹ ਕਿਸ ਤਰ੍ਹਾਂ ਦਾ ਹੋਏਗਾ ਐਂਡ ਉੱਥੇ ਕੀ ਹੁੰਦਾ ਹੈ। ਗਲੈਡ ਮੀਨਿੰਗ ਖੁਸ਼ ਹੋ ਜਾਣਾ, ਇਹ ਜਾਣ ਕੇ ਸੋ ਮੈਨੀ ਗਰਲਸ ਆਲਮੋਸਟ ਆਫ ਹਰ ਓਨ ਏਜ ਪ੍ਰੈਜ਼ੈਂਟ ਦੇਅਰ, ਕਿ ਕੁਝ ਉਸ ਦੀ ਉਮਰ ਦੀਆਂ ਲੜਕੀਆਂ ਉੱਥੇ ਸਨ। ਉਸ ਨੂੰ ਵਿਸ਼ਵਾਸ ਹੋ ਗਿਆ, ਹੋਪ ਮੀਨਿੰਗ ਵਿਸ਼ਵਾਸ ਹੋ ਜਾਣਾ, ਕਿ ਇਹਨਾਂ ਵਿੱਚੋਂ ਇੱਕ ਲੜਕੀ ਉਸ ਦੀ ਸਹੇਲੀ ਬਣ ਜਾਏਗੀ। ਦਾ ਲੇਡੀ ਟੀਚਰ ਜਿਹੜੀ ਕਿ ਕਲਾਸ ਵਿੱਚ ਸਨ, ਉਹ ਲੜਕੀਆਂ ਨੂੰ ਕੁਝ ਕਹਿ ਰਹੇ ਸਨ, ਬਟ ਪੋਲੀ ਕੁਡ ਅੰਡਰਸਟੈਂਡ ਨਥਿੰਗ। ਪਰ ਪੋਲੀ ਕਿਉਂਕਿ ਉਸਨੂੰ ਸਮਝ ਨਹੀਂ ਸੀ ਲੱਗਦੀ ਅਤੇ ਉਹ ਕੁਝ ਵੀ ਸਮਝ ਨਾ ਪਾਈ। ਸ਼ੀ ਲੁੱਕ ਵੱਲ ਦੇਖਿਆ, ਔਨ ਦਾ ਵਾਲ, ਜਿਹੜੀਆਂ ਦੀਵਾਰ 'ਤੇ ਸਨ। ਕਲਰਸ ਫੈਜ਼ੀਨੇਟ ਹੁੰਦਾ ਆਕਰਸ਼ਿਤ ਕਰਨਾ। ਕਲਰਸ ਨੇ ਉਸਨੂੰ ਆਕਰਸ਼ਿਤ ਕੀਤਾ। ਹਾਰਸ ਬਰਾਊਨ ਕਲਰ ਦਾ ਸੀ, ਉਸ ਤਰ੍ਹਾਂ ਦਾ ਹਾਰਸ ਸੀ ਜਿਸ ਤਰ੍ਹਾਂ ਦੇ ਉੱਪਰ ਤਹਿਸੀਲਦਾਰ ਸਾਹਿਬ ਵਿਜ਼ਿਟ ਦੇਅਰ ਵਿਲੇਜ, ਉਹਨਾਂ ਨੇ ਉਸਦੇ ਪਿੰਡ ਆਏ ਸਨ। ਗੋਟ ਵਾਜ਼ ਬਲੈਕ, ਕਿਸ ਤਰ੍ਹਾਂ ਦੀ ਬਲੈਕ ਸੀ, ਲਾਈਕ ਦਾ ਵਨ ਆਫ ਦੇਅਰ ਨੇਬਰ, ਉਹਨਾਂ ਦੇ ਗੁਆਂਢੀਆਂ ਦੀ ਗੋਟ ਵਰਗੀ। ਦ ਪੈਰਟ ਵਾਜ਼ ਗ੍ਰੀਨ, ਤੋਤਾ ਹਰਾ ਸੀ, ਲਾਈਕ ਦਾ ਪੈਰਟਸ ਸ਼ੀ ਹੈਡ ਸੀਨ ਇਨ ਦਾ ਮੈਂਗੋ ਔਰਚਾਰਡ ਮੀਨਿੰਗ ਬਗੀਚਾ, ਜਿਸ ਤਰ੍ਹਾਂ ਦੇ ਉਸਨੇ ਅੰਬ ਦੇ ਬਗੀਚੇ ਵਿੱਚ ਦੇਖਿਆ। ਜਸਟ ਲਾਈਕ ਡੀਅਰ ਲਕਸ਼ਮੀ, ਅਤੇ ਗਾਂ ਲਕਸ਼ਮੀ ਦੀ ਵਰਗੀ ਸੀ, ਉਹਨਾਂ ਦੀ ਗਾਂ ਵਰਗੀ। ਪੋਲੀ ਨੋਟਿਸ ਦੈਟ ਦ ਟੀਚਰ ਵਾਜ਼ ਸਟੈਂਡਿੰਗ ਬਾਏ ਹਰ ਸਾਈਡ, ਅਚਾਨਕ ਪੋਲੀ ਨੇ ਦੇਖਿਆ ਕਿ ਟੀਚਰ ਉਸ ਦੇ ਨਾਲ ਖੜ੍ਹੇ ਸਨ। ਸਮਾਈਲਿੰਗ ਐਟ ਹਰ, ਉਸ ਨੂੰ ਦੇਖ ਕੇ ਮੁਸਕਰਾ ਰਹੇ ਸਨ। ਵਾਟਸ ਯੂਰ ਨੇਮ ਲਿਟਲ ਵਨ, ਤੁਹਾਡਾ ਕੀ ਨਾਮ ਹੈ। ਉਹ ਫਿਰ ਉਸੇ ਤਰ੍ਹਾਂ ਬੋਲਦੀ ਹੈ, ਉਹ ਹਕਲਾ ਨਹੀਂ ਸਕਦੀ ਸੀ। ਦੈਨ ਸ਼ੀ ਬਿਗੈਨ ਟੂ ਕਰਾਈ ਐਂਡ ਟੀਅਰਸ ਫਲੋ ਫਰੋਮ ਹਰ ਆਈਜ਼ ਇਨ ਅ ਹੈਲਪਲੈਸ ਫਲੱਡ, ਫਿਰ ਉਸਨੇ ਚਿਲਾਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਇੱਕ ਹੈਲਪਲੈਸ ਫਲੱਡ ਦੀ ਤਰ੍ਹਾਂ ਵਗਣੇ ਸ਼ੁਰੂ ਹੋ ਗਏ। ਨਾਟ ਡੇਅਰਿੰਗ ਟੂ ਲੁੱਕ ਅਪ ਐਟ ਦ ਗਰਲਸ ਹੂ ਸ਼ੀ ਨਿਊ, ਉਸ ਦੇ ਅੰਦਰ ਹੌਸਲਾ ਨਹੀਂ ਸੀ ਉਹਨਾਂ ਲੜਕੀਆਂ ਨੂੰ ਦੇਖੇ ਕਿ ਜਿਹੜੀਆਂ ਉਸ ਨੂੰ ਦੇਖ ਕੇ ਹਰੇ ਵੀ। ਬੈਲ ਰੈਂਗ, ਜਦੋਂ ਸਕੂਲ ਦੀ ਘੰਟੀ ਵੱਜੀ। ਸਕਰ ਮੀਨਿੰਗ ਮੂਵ ਆਊਟ ਆਫ ਦ ਕਲਾਸਰੂਮ ਵਿੱਚੋਂ ਆ ਗਈਆਂ। ਬਟ ਪੋਲੀ ਡੀਅਰ ਨਾਟ ਲੀਵ ਹਰ ਕਾਰਨਰ, ਪਰ ਪੋਲੀ ਆਪਣਾ ਕਾਰਨਰ ਨਾ ਛੱਡ ਸਕੀ। ਉਸਨੇ ਸਿਰ ਨੀਚੇ ਕੀਤਾ ਹੋਇਆ ਸੀ ਅਤੇ ਉਹ ਹੋਕੇ ਲੈ ਰਹੀ ਸੀ। ਦ ਟੀਚਰਸ ਵਾਇਸ ਵਾਜ਼ ਸੋ ਸੌਫਟ ਐਂਡ ਸੂਦਿੰਗ, ਟੀਚਰ ਨੇ ਬੜੀ ਸੌਫਟ ਆਵਾਜ਼ ਦੇ ਨਾਲ ਨਾਮ ਲਿਆ ਪੋਲੀ। ਇਨ ਆਲ ਹਰ ਲਾਈਫ, ਆਪਣੇ ਪੂਰੇ ਜੀਵਨ ਵਿੱਚ ਉਸਨੂੰ ਕਦੇ ਵੀ ਇਸ ਤਰ੍ਹਾਂ ਕਿਸੇ ਨੇ ਪਿਆਰ ਨਾਲ ਨਹੀਂ ਬੁਲਾਇਆ ਸੀ। ਇਟ ਟਚਡ ਹਰਟ, ਇਸਨੇ ਉਸਨੇ ਦਿਲ ਨੂੰ ਛੂਹ ਲਿਆ। ਗੈਟ ਅਪ ਸੇਡ ਦ ਟੀਚਰ, ਇਟ ਵਾਜ਼ ਨਾਟ ਅ ਕਮਾਂਡ, ਫਿਰ ਟੀਚਰ ਨੇ ਉਸਨੂੰ ਹੁਕਮ ਨਹੀਂ ਦਿੱਤਾ, ਉਸਨੇ ਪਿਆਰ ਨਾਲ ਕਿਹਾ ਉੱਠ ਜਾਓ, ਬਟ ਜਸਟ ਅ ਫਰੈਂਡਲੀ ਸੁਜੈਸ਼ਨ, ਉਸਦਾ ਸੁਜੈਸ਼ਨ ਫਰੈਂਡਲੀ ਸੀ। ਪੋਲੀ ਬ੍ਰੋਕ ਆਊਟ ਹੋਲ ਨਾ ਨਿਕਲਿਆ ਕਿ ਉਸਦੀ ਸਟੈਮਰਿੰਗ ਟੰਗ, ਕਿ ਜਿਸ ਤਰ੍ਹਾਂ ਹਰ ਵੇਲੇ ਹਕਲਾ ਕੇ ਬੋਲਦੀ ਸੀ। ਅਗੇਨ ਡਿਸਗ੍ਰੇਸ ਹਰ, ਫਿਰ ਉਸਦਾ ਅਪਮਾਨ ਕਰਾਏਗੀ।
फॉर द सेक ऑफ दिस काइंड वुमेन, इस दयालु औरत वास्ते उसने डिसाइड कर लिया कि वो कोई यतन करेगी। उसकी सूदिंग वॉइस इन्नी सी कि उसका मजाक नहीं उड़ा सकती सी। फिर उसने हकला के कहना शुरू कर दिता, उसनों हुण अपना पूरा नाम दस। एट लीस्ट शी वॉज एबल टू से इट एंड फेल्ट एज इफ इट वॉज ग्रेट अचीवमेंट। घट्टो घट्ट कहण विच योग हो गई तो उसनों लगा कि उसकी बड़ी प्राप्ति है। प्यार नाल पैट मीनिंग तप्त पाना। उसने की किया, अपने दिल विचों डर कढ़ दिओ अते तुसीं बोलण दे योग हो जाओगे हर एक दे नाल। पोली ने इस तरह देखा जिवें पुछदी होवे, सचमुच? इट विल बी वेरी ईजी, हाँ ये आसान होएगा। यूगा कि तुसी आओगे? पोली ने सिर हिलाया। नो से इट अलाउड, नहीं। उसने कहा इसनों उच्ची आवाज़ विच कहो। पोली हासिल वाज एस्टोनिश्ड, पोली हैरान सी दैट शी हैड बीन एबल टू से इट, कि वह गल कहण दे योग हो गई। कि मैं तुहानूं नहीं सी दस्सिया, हुण तुसीं अपनी किताब लै लो। टीचर ने इनकरेज किया प्यार दे नाल कि वह पढ़न दे योग हो। दस्सियां सी डॉग, कैट, गोट, हॉर्स, पैरेट, टाइगर एंड अ काउ। ये याद इन बिग ब्लैक लैटर्स ते हर पिक्चर दे नाल एक वड्डे काले अखरां मीनस यू विल बी एबल टू रीड दिस बुक। एक महीने में तुसीं किताब पढ़न दे योग हो जाओगे। फिर मैं तुहानूं देवांगी एक वड्डी बुक, स्टिल बिगर वन, और इस तो वड्डी होएगी। इन टाइम यू विल बी मोर लर्न, तुसीं होर पढ़ जाओगे दैन एनी वन एल्स इन द विलेज, जिन्ना पिंड विच कोई नहीं पढ़िया होया। अते फिर कोई भी इस योग नहीं होएगा। एबल मीनिंग योग होना, टू लाफ एट यू, तुहाडा मजाक नहीं उड़ाएगा। पीपल विल लिसन टू यू, लोग तुहानूं सुनणगे विद रिस्पैक्ट, आदर दे नाल लाए बोलोगे। कि तुसीं समझ गए? हुण तुसीं घर जाओ एंड कम बैक अर्ली टुमारो मॉर्निंग। सडनली सारे बैल्स विलेज टैंपल दे विच रिंगिंग मीनिंग वज रहीआं होण, अते जिहड़े दरख्त सी स्कूल हाउस के सामने वो ब्लॉजम होण, उन्हां दे उपर दे फुੱਲ खिड़े होए होण। ब्लॉजम मीनिंग खिड़े होए होना जां फुੱਲ धड़कना। दिल धड़क रहा सी नवीं होप दे नाल अते नवीं लाइफ दे नाल। हर हार्ट गया। ईयर्स पास्ट, विलेज स्मॉल टाउन बन गया। प्राइमरी स्कूल एक हाई स्कूल बन गया। उत्थे सिनेमा घर खुल गया टीन शैड के अंडर। तो एक कोयल अते एक कॉटन नूं पिंजण वाली, रूह पिंजण वाली मिल खुल गई। स्टेशन के उपर खड़नी शुरू हो गई। वन नाइट डिनर तो बाद राम लाल ने अपनी पत्नी नूं कहा, सैट टू मीनिंग कहना, मैं विशंबर के प्रपोजल नूं एक्सैप्ट कर लवां, स्वीकार कर लवां। प्रपोजल मीनिंग उन्हें जिहड़ी सलाह दित्ती सी वो कहंदी सर्टेनली मीनिंग यकीनन। उसकी पत्नी ने कहा पोली लकी होएगी कि उसनों इस तरह का वैल टू डू ब्राइट रूम मिलेगा। वैल टू डू मीनिंग बहुत वधिया दुल्हा। एक वड्डी शॉप है उसकी, उसका अपना हाउस है। अते मैं हीयर मीनिंग सुनिया। सैवरल मीनिंग बहुत, सैवरल कई, थाउजेंड मीनिंग हज़ार, कई हज़ार उसके बैंक के विच है। मोर ओवर इस तो ज़्यादा वो डॉरी भी नहीं मंग रहा। वो कहता राइट मीनिंग ठीक है, दैट्स राइट, पर वो इन्ना जवान नहीं है। जानते हो आलमोस्ट द सेम एज, उसकी उन्नी उम्र है जिन्नी मेरी है। कौन कह रहा? राम लाल कह रहा। एंड लिव्स मीनिंग वो लंगड़ा के चलदा। मोर ओवर इस तो ज़्यादा चिल्ड्रन, उसकी पहली वाइफ के चिल्ड्रन भी वड्डे हो गए हैं, क्वाइट ग्रोन अप। फिर कहती सो वट डज इट मैटर, हिज वाइफ रिप्लाइड, उसकी पत्नी उत्तर देती है कि कोई गल नहीं है। मैटर मीनिंग कोई गल नहीं है। 45 का होएगा या 50 का, 45 साल का या 50 साल का, ये वड्डी उम्र नहीं है आदमियों लिए। असी खुशकिस्मत हाँ कि वह होर दूसरे पिंड तो है। एंड अबाउट हर पोक मार्क्स, कि उसनों उसके चेचक के दागां का पोक मार्क्स ਅਤੇ उसकी लैक ऑफ सेंस, काम अकल के बारे अपनी जे उसनों असी स्वीकार नहीं करते, एक्सैप्ट नहीं करते प्रपोजल नूं, वो सारी उम्र कुंवारी बैठी रहेगी अनमैरिड। पर कहना मैं हैरान हाँ कि भोली की कहेगी। विटलैस मीनिंग अकलहीन, बुद्धिहीन। ये विटलैस या बुद्धिहीन सानू की कहेगी? वो एक डमकाऊ है, गूंगी गां है। एक हो गए राम लाल बुड़बड़ाया अपने अदर कॉर्नर ऑफ द कोर्ट यार्ड, वेड़े के दूसरे कोने में भोली अपनी चारपाई उप, कोट मीनिंग चारपाई सीओ। विशंबर नाथ एक वैल टू डू ग्रोसर सी, ग्रोसर मीनिंग पंसारी। वो एक वड्डी बरात लैके आया। पॉपुलर ट्यून सी उसकी एक इंडियन फिल्म की वजा रहा सी अते सारी प्रोसैशन की अगवाई कर रहा सी। हैड मीनिंग अगवाई करना, प्रोसैशन मीनिंग बरात। इत्थे दुल्हा बैठा होया सीगा,
ਹੌਟ ਸਪਲੈਂਡਰ। ਇਹ ਨਿਸ਼ਾਨੋ ਸ਼ੌਕ ਨੂੰ ਦੇਖ ਕੇ ਰਾਮ ਲਾਲ ਖੁਸ਼ ਹੋਇਆ। ਉਸਨੇ ਕਦੇ ਸੁਪਨਾ ਵੀ ਨਹੀਂ ਸੀ ਲਿਆ ਕਿ ਉਸਦੀ 4 ਡਾਟਰ ਵੈਡਿੰਗ ਮੀਨਿੰਗ ਗ੍ਰੈਂਡ ਵੈਡਿੰਗ, ਬਹੁਤ ਚੰਗੀ ਸ਼ਾਦੀ ਹੋਏਗੀ। ਭੋਲੀ ਦੀਆਂ ਵੱਡੀਆਂ ਸਿਸਟਰਸ ਜਿਹੜੀਆਂ ਕਿ ਇਸ ਓਕੇਜ਼ਨ 'ਤੇ ਮੈਰਿਜ ਦੇ ਉੱਪਰ ਆਈਆਂ ਹੋਈਆਂ ਸੀ। ਐਨਵੀਅਸ ਆਫ ਹੁੰਦਾ ਈਰਖਾ ਕਰਨਾ, ਉਸਦੀ ਕਿਸਮਤ ਦੇ ਮਹੂਰਤ ਸ਼ੁਭ ਸਮਾਂ ਆਇਆ। ਪ੍ਰੀਸਟ ਨੇ ਕਿਹਾ, ਪ੍ਰੀਸਟ ਮੀਨਿੰਗ ਪੁਰੋਹਿਤ ਨੇ ਕਿਹਾ ਕਿ ਦੁਲਹਨ ਨੂੰ ਲੈ ਕੇ ਆਓ ਬਰਾਈਡ। ਭੋਲੀ ਕਲੈਡ ਮੀਨਿੰਗ ਲਿਪਟੇ ਹੋਏ ਹੋਣਾ, ਇੱਕ ਰੈੱਡ ਸਿਲਕਨ ਡਰੈਸ ਦੇ ਵਿੱਚ ਲਿਪਟੀ ਹੋਈ ਸੀ। ਉਸ ਨੂੰ ਦੁਲਹਨ ਵਾਲੀ ਜਗ੍ਹਾ 'ਤੇ ਲੈਟੂ ਮੀਨਿੰਗ ਲਿਆਂਦੇ ਜਾਣਾ। ਸੈਕਰਡ ਫਾਇਰ ਮੀਨਿੰਗ ਪਵਿੱਤਰ ਅਗਨੀ ਦੇ ਕੋਲ ਲਿਆਂਦਾ ਜਾਂ ਪਹਿਨਾਂਜ਼ ਨੇ ਬਿਸ਼ੰਬਰ ਨਾਥ ਨੂੰ ਕਿਹਾ, ਉਤਸ਼ਾਹਿਤ ਕੀਤਾ। ਬਾਈਰੂਮ ਉਸਨੇ ਕੀ ਕੀਤਾ, ਦੁਲਹੇ ਨੇ ਗਾਰਲੈਂਡ ਸੀ ਜਿਹੜਾ ਕਿ ਪੀਲੇ ਮੈਰੀਗੋਲਡ ਦੇ ਗੇਂਦੇ ਦੇ ਫੁੱਲਾਂ ਦਾ ਸੀ, ਉਹ ਚੁੱਕਿਆ। ਉਹਦੇ ਚਿਹਰੇ ਤੋਂ ਸਿਲਕ ਦਾ ਵੀਲ ਮੀਨਿੰਗ ਹੁੰਦਾ ਪਰਦਾ ਪਿੱਛੇ ਕਰ ਦਿੱਤਾ। ਬਿਸ਼ੰਬਰ ਨੇ ਉਸਨੂੰ ਕੁਇਕ ਗਲੈਂਸ ਤੇਜ਼ੀ ਨਾਲ ਦੇਖਿਆ ਪਰ ਉਸਦੇ ਹੱਥਾਂ ਵਿੱਚ ਹੀ ਰਹਿ ਗਿਆ। ਦੁਲਹਨ ਨੇ ਕੀ ਕੀਤਾ, ਪੁੱਲ ਡਾਊਨ ਕਰ ਦਿੱਤਾ ਆਪਣੇ ਚਿਹਰੇ ਤੋਂ। ਫਿਰ ਬਿਸ਼ੰਬਰ ਨੇ ਆਪਣੇ ਫਰੈਂਡ ਨੂੰ ਇੱਕ ਨੂੰ ਕਿਹਾ ਕਿ ਤੂੰ ਉਸਨੂੰ ਦੇਖਿਆ ਹੈ, ਉਸਦੇ ਚਿਹਰੇ ਉੱਪਰ ਚੇਚਕ ਦੇ ਨਿਸ਼ਾਨ ਹੈ। ਕਹਿੰਦਾ ਹੋਏਗਾ, ਪਰ ਮੈਂ ਉਸ ਨਾਲ ਵਿਆਹ ਕਰਨਾ ਹੈ, ਉਹਦਾ ਫਾਦਰ ਮੈਨੂੰ 5000 ਰੁਪੀਜ਼ ਦੇਗਾ। ਤਾਂ ਫਿਰ ਡੌਰੀ ਦੇ ਵਿੱਚ ਉਹ ਕਿੰਨੇ ਮੰਗਦਾ ਹੈ ਬਿਸ਼ੰਬਰ ਨਾਥ ਉਸਦੇ ਫਾਦਰ ਤੋਂ 5। ਅਤੇ ਉਸਨੇ ਆਪਣੀ ਟਰਬਨ ਆਪਣਾ ਸਤਿਕਾਰ ਬਿਸ਼ੰਬਰ ਦੇ ਪੈਰਾਂ ਵਿੱਚ ਰੱਖ ਦਿੱਤਾ ਕਿ ਮੈਨੂੰ ਹਿਊਮਿਲੀਏਟ ਨਾ, ਬੇਇੱਜ਼ਤੀ ਨਾ ਕਰੋ, ਮੇਰੇ ਤੋਂ 2000 ਰੁਪਏ ਲੈ ਲਓ ਉਸ ਕੋਲ। ਲਿਟਲ ਕੰਸੀਡਰੇਟ ਪਲੀਜ਼, ਕਿਰਪਾ ਕਰਕੇ ਥੋੜ੍ਹਾ ਜਿਹਾ ਤਾਂ ਸੋਚੋ। ਜੇ ਤੁਸੀਂ ਵਾਪਸ ਚਲੇ ਜਾਓਗੇ, ਗੋ ਬੈਕ ਮੀਨਿੰਗ ਵਾਪਸ ਚਲੇ ਜਾਣਾ, ਮੈਂ ਕਦੇ ਵੀ ਆਪਣਾ ਚਿਹਰਾ ਪਿੰਡ ਦੇ ਵਿੱਚ ਨਹੀਂ ਦਿਖਾ, ਚਾਰ ਲੈ ਕੇ ਆਉਣਾ ਪਏਗਾ। ਰਾਮ ਲਾਲ ਦੇ ਚਿਹਰੇ ਦੇ ਉੱਪਰ ਅੱਥਰੂ ਵਹਿ ਰਹੇ ਸਨ। ਅੰਦਰ ਚਲਾ ਗਿਆ, ਉਸਨੇ ਸੇਫ ਖੋਲ੍ਹਿਆ, ਕਾਊਂਟ ਕੀਤੇ ਨੋਟ ਗਿਣੇ ਅਤੇ ਉਸਨੇ ਜਿਹੜਾ ਬੰਡਲ ਸੀ ਦੂल्हे ਦੇ ਪੈਰਾਂ ਦੇ ਉੱਪਰ ਪਲੇਸ ਮੀਨਿੰਗ ਰੱਖਦੇ ਦੇ ਉੱਪਰ ਲਾਲਚੀ ਚਿਹਰੇ ਦੇ ਉੱਤੇ ਕੀ ਹੈ, ਇੱਕ ਚਮਕ ਆ ਗਈ। ਟ੍ਰਾਂਫੈਂਟ ਮੀਨਿੰਗ ਜਿੱਤ ਦੀ ਚਮਕ ਆ ਗਈ। ਉਸਨੇ ਜੂਆ ਖੇਡਿਆ ਅਤੇ ਉਹ ਜਿੱਤ ਗਿਆ। ਉਸਨੇ ਕਿਹਾ ਮੈਨੂੰ ਗਾਰਲੈਂਡ ਦਿਓ, ਉਸਨੇ ਅਨਾਊਂਸ ਕਰ ਦਿੱਤਾ। ਹੋਇਆ ਵੀਲ ਕਿਹੜਾ ਸੀ, ਘੁੰਗਟ ਦੁਲਹਨ ਦੇ ਚਿਹਰੇ ਤੋਂ ਸਲਿਪ ਬੈਕ ਪਿੱਛੇ ਹੋਇਆ, ਪਰ ਇਸ ਵੇਲੇ ਉਸਦੀਆਂ ਅੱਖਾਂ ਨੀਚੇ ਨਹੀਂ ਝੁਕੀਆਂ ਹੋਈਆਂ ਸਨ, ਡਾਊਨਕਾਸਟ ਨਹੀਂ ਦੇਖ ਰਹੀ ਸੀ। ਪ੍ਰੋਸਪੈਕਟਿਵ ਹਸਬੈਂਡ ਆਪਣੇ ਹੋਣ ਵਾਲੇ ਪਤੀ ਦੇ ਵੱਲ ਨਾ ਐਂਗਰ ਨਾ ਹੇਟ, ਸਿਰਫ ਪਛਤਾਵਾ ਸੀ, ਕੋਲਡ ਕੰਟੈਂਪਟ ਸੀ। ਬਿਸ਼ੰਬਰ ਰੇਜ਼ ਦਾ ਗਾਰਲੈਂਡ ਟੂ ਪਲੇਸ ਇਟ ਰਾਊਂਡ ਦ ਬ੍ਰਾਈਡਸ ਨੈਕ। ਬਿਸ਼ੰਬਰ ਨੇ ਹੁਣ ਕੀ ਕੀਤਾ ਕਿ ਗਾਰਲੈਂਡ ਉਠਾਇਆ ਅਤੇ ਉਸਨੂੰ ਦੁਲਹਨ ਦੇ ਲਾਈਕ ਅ ਸਟ੍ਰੀਕ ਆਫ ਲਾਈਟਨਿੰਗ ਹੰਗ ਇਨਟੂ ਦ ਫਾਇਰ। ਭੋਲੀ ਨੇ ਆਪਣਾ ਹੱਥ ਪਿੱਛੇ ਹਟਾਇਆ ਅਤੇ ਗਾਰਲੈਂਡ ਜਿਹੜਾ ਸੀ ਉਹ ਅੱਗ ਵਿੱਚ ਸੁੱਟ ਦਿੱਤਾ। ਉਹ ਉੱਠੀ ਐਂਡ ਥਰੂ ਅਵੇ ਦਾ ਵੀਲ, ਉਸਨੇ ਆਪਣਾ ਪਰਦਾ ਪਿੱਛੇ ਹਟਾ ਦਿੱਤਾ। ਪਿਤਾ ਜੀ ਟੇਕ ਬੈਕ ਯੂਅਰ ਮਨੀ, ਆਪਣੇ ਪਿਤਾ ਜੀ ਨੂੰ ਕਹਿ ਰਹੀ ਹੈ ਕਿ ਆਪਣੇ ਪੈਸੇ ਵਾਪਸ ਲੈ ਲਓ, ਮੈਂ ਇਸ ਆਦਮੀ ਦੇ ਨਾਲ ਵਿਆਹ ਨਹੀਂ। ਰਾਮ ਲਾਲ ਸੁੰਨ ਰਹਿ ਗਿਆ। ਥੰਡਰਸਟ੍ਰਕ ਮੀਨਿੰਗ ਸੁੰਨ ਰਹਿ ਜਾਣਾ। ਗੈਸਟ ਆਪਸ ਵਿੱਚ ਹੌਲੀ ਹੌਲੀ ਗੱਲਾਂ ਕਰਨ ਲੱਗੇ। ਕਹਿੰਦੀ ਕਿੰਨੀ ਸ਼ੇਮਲੈਸ ਹੈ, ਕਿਹਨੂੰ ਕਹਿ ਰਹੇ, ਕੁੜੀ ਨੂੰ ਕਹਿ ਰਹੇ, ਇੰਨੀ ਬਦਸੂਰਤ ਅਤੇ ਇੰਨੀ ਸ਼ੇਮਲੈਸ। ਭੋਲੀ ਕੀ ਤੂੰ ਪਾਗਲ ਹੈ, ਰਾਮ ਲਾਲ ਚਿਲਾਇਆ। ਕੀ ਤੂੰ ਡਿਸਗ੍ਰੇਸ ਕਰਨਾ ਚਾਹੁੰਦੀ ਹੈ, ਅਪਮਾਨ ਕਰਨਾ ਚਾਹੁੰਦੀ ਹੈ ਆਪਣੀ ਫੈਮਿਲੀ ਦਾ? ਕੀ ਤੇਰੀ ਆਪਣੀ ਕੋਈ ਰਿਗਾਰਡ ਹੈ ਜਾਂ ਤੇਰੀ ਕਿ ਤੁਹਾਡੀ ਇੱਜ਼ਤ ਦੇ ਵਾਸਤੇ? ਆਈ ਵਾਜ਼ ਵਿਲਿੰਗ ਟੂ ਮੈਰੀ ਦਿਸ ਲੇਮ ਓਲਡ ਮੈਨ, ਇਸ ਮੈਂ ਬੁੱਢੇ ਲੰਗੜੇ ਆਦਮੀ ਨਾਲ ਵਿਆਹ ਕਰਨ ਨੂੰ ਤਿਆਰ ਸੀ, ਪਰ ਮੈਨੂੰ ਇਸ ਤਰ੍ਹਾਂ ਦਾ ਮੀਨ, ਕਮੀਨਾ, ਗਰੀਡੀ, ਲਾਲਚੀ, ਕੰਟੈਂਪਟੇਬਲ, ਅਨਾਦਰ ਕਰਨ ਵਾਲਾ, ਕਾਵਰਡ, ਬੁਜ਼ਦਿਲ ਇਹ ਨਹੀਂ ਕਰਾਂਗੀ। ਸਾਰਿਆਂ ਨੇ ਸੋਚਿਆ ਸੀ ਕਿ ਉਹ ਹਾਰਮਲੈਸ ਡੰਬ ਕਾਓ, ਲੋਕ ਸੋਚਦੇ ਆ ਕਿ ਡੰਬ ਕਾਓ ਹੈ, ਬੋਲ ਨਹੀਂ ਸਕਦੀ, ਫਿਰ ਉਸੇ ਲੜਕੀ ਨੂੰ ਸ਼ੇਮਲੈਸ ਕਹਿਣ ਲੱਗ ਜਾਂਦੇ ਹੈ। ਭੋਲੀ ਗੁੱਸੇ ਵਿੱਚ ਆ ਜਾਂਦੀ ਹੈ, ਵਾਇਲੈਂਟਲੀ ਉਸ ਬੁੱਢੀ ਔਰਤ ਵੱਲ ਮੁੜਦੀ ਆ, ਉਸਨੂੰ ਕਹਿੰਦੀ ਹੈ ਕਿ ਆਂਟੀ ਤੁਸੀਂ ਠੀਕ ਹੋ, ਤੁਸੀਂ ਸੋਚਿਆ ਕਿ ਮੈਂ ਡੰਬ ਡਰਾਈਵਨ ਕਾਓ ਹਾਂ, ਕਿ ਮੈਂ ਗੂੰਗੀ, ਕਿ ਇਸ ਹਾਰਟਲੈਸ ਬੇਦਿਲ ਜਾਨਵਰ ਇਸ ਤੋਂ ਮੇਰਾ ਹੱਥ ਦੇ ਡੰਬ ਕਾਓ ਐਂਡ ਦਾ ਸਟੈਮਰਿੰਗ ਫੂਲ, ਅਤੇ ਜਿਹੜੀ ਹਕਲਾ ਕੇ ਬੋਲਦੀ ਸੀ ਉਹ ਬੋਲ ਰਹੀ ਹੈ। ਕੀ ਤੁਸੀਂ ਹੋਰ ਸੁਣੋਗੇ? ਹੀਅਰ ਮੋਰ। ਬਿਸ਼ੰਬਰ ਨਾਥ ਪੰਸਾਰੀ ਗ੍ਰੋਸਰ ਪਿੱਛੇ ਚਲਾ ਗਿਆ। ਉਹਨੇ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਆਪਣੀ ਬਰਾਤ ਦੇ ਨਾਲ। ਕਨਫਿਊਜ਼ਡ ਮੈਨ ਜਿਹੜੇ ਸੀ ਉਹ ਪਰੇਸ਼ਾਨ ਹੋ ਗਏ, ਕਨਫਿਊਜ਼ ਹੋ ਗਏ, ਉਹਨਾਂ ਨੇ ਸਮਸੀ ਖਤਮ ਹੋ ਗਈ ਅਤੇ ਜ਼ਮੀਨ ਵਿੱਚ ਗੱਡੇ ਜਾਣਾ। ਉਸਨੇ ਕਿਸ ਕਰਕੇ ਝੁਕਿਆ ਹੋਇਆ
ਦੁੱਖ ਅਤੇ ਸ਼ਰਮ ਦੇ ਨਾਲ, ਵਿਦ ਦ ਵੇਟ ਆਫ ਗਰੀਫ ਐਂਡ ਸ਼ੇਮ। ਉਸ ਨੂੰ ਕਿਉਂਕਿ ਫਾਇਰ ਪਵਿੱਤਰ ਅਗਨੀ ਦੀਆਂ ਲਾਟਾਂ, ਫਲੇਮਸ ਮੀਨਿੰਗ ਲਾਟਾਂ, ਹੌਲੀ ਹੌਲੀ ਖਤਮ ਹੋ ਗਈਆਂ, ਡਾਈ ਡਾਊਨ ਹੋ ਗਈਆਂ। ਹਰ ਕੋਈ ਜਾ ਚੁੱਕਾ ਸੀ। ਰਾਮ ਲਾਲ ਭੋਲੀ ਵੱਲ ਮੁੜਿਆ ਅਤੇ ਤੇਰਾ ਕੀ ਹੋਏਗਾ, ਤੇਰੇ ਨਾਲ ਕੋਈ ਵਿਆਹ ਨਹੀਂ ਕਰੇਗਾ। ਵਾਟ ਸ਼ੈਲ ਵੀ ਡੂ ਵਿਦ ਯੂ, ਤੇਰਾ ਅਸੀਂ ਕੀ ਕਰਾਂਗੇ। ਭੋਲੀ ਦਾ ਅਸਲੀ ਨਾਮ ਕੀ ਸੀ? ਸੁਲੇਖਾ। ਐਂਡ ਸੁਲੇਖਾ ਸੈਡ ਇਨ ਅ ਵਾਇਸ ਦੈਟ ਵਾਜ਼ ਕਾਮ ਐਂਡ ਸਟੱਡੀ। ਉਸਨੇ ਇੱਕ ਆਵਾਜ਼ ਦੇ ਵਿੱਚ ਕਿਹਾ ਜਿਹੜੀ ਕਿ ਸ਼ਾਂਤ ਅਤੇ ਸਥਿਰ ਸੀ, ਡੋਂਟ ਯੂ ਵਰੀ, ਤੁਸੀਂ ਨਾ ਪਿਤਾ ਜੀ ਫਿਕਰ ਕਰੋ, ਤੁਹਾਡੀ ਓਲਡ ਏਜ ਦੇ ਵਿੱਚ ਮੈਂ ਤੁਹਾਡੀ ਸਰਵ ਕਰਾਂਗੀ, ਤੁਹਾਡੀ ਸੇਵਾ ਕਰਾਂਗੀ। ਅਤੇ ਆਪਣੀ ਮਾਂ ਨੂੰ ਕਹਿੰਦੀ ਆ, ਆਈ ਵਿਲ ਟੀਚ ਇਨ ਦਾ ਸੇਮ ਸਕੂਲ, ਮੈਂ ਉਸੇ ਸਕੂਲ ਵਿੱਚ ਪੜ੍ਹਾਵਾਂਗੀ ਵੇਅਰ ਆਈ ਲਰਨ ਸੋ ਮਚ, ਜਿੱਥੋਂ ਮੈਂ ਇੰਨਾ ਕੁਝ ਸਿੱਖਿਆ। ਇਜ਼ਨਟ ਦੈਟ ਰਾਈਟ ਮੈਮ, ਕੀ ਮੈਮ ਨਹੀਂ ਹੈ ਉਸਦੇ ਮੈਮ ਨਾਲ। ਉਸਦੇ ਅਧਿਆਪਕ ਇਸ ਸਾਰੇ ਡਰਾਮੇ ਨੂੰ ਦੇਖਦੇ ਹੋਏ ਇੱਕ ਕਾਰਨਰ ਵਿੱਚ ਖੜੀ ਸੀ। ਉਸਨਾਂ ਨੇ ਕਿਹਾ, ਜੈਸ ਪੋਲੀ ਆਫ ਕੋਰਸ, ਹਾਂ ਨਾ। ਐਂਡ ਇਨ ਆਰ ਸਮਾਈਲਿੰਗ ਆਈਜ਼, ਅਤੇ ਉਸਦੀਆਂ ਮੁਸਕਰਾਉਂਦੀਆਂ ਹੋਈਆਂ ਅੱਖਾਂ ਵਿੱਚ ਲਾਈਟ ਸੀ ਇੱਕ ਡੀਪ ਸੈਟਿਸਫੈਕਸ਼ਨ ਦੀ। ਸੈਟਿਸਫੈਕਸ਼ਨ ਮੀਨਿੰਗ ਸੰਤੋਸ਼ ਦੀ, ਜਿਹੜਾ ਕਿ ਆਰਟਿਸਟ ਫੀਲ ਕਰਦਾ ਜਦੋਂ ਉਹ ਕੰਟੈਂਪਲੇਟ ਕਰਦਾ। ਕੰਟੈਂਪਲੇਟ ਮੀਨਿੰਗ ਚਿੰਤਨ ਕਰਨਾ। ਕੰਪਲੀਸ਼ਨ ਆਫ ਹਿਜ਼ ਮਾਸਟਰਪੀਸ। ਮਾਸਟਰਪੀਸ ਮੀਨਿੰਗ ਕੋਈ ਕਲਾ ਦਾ ਨਮੂਨਾ, ਜਾਂ ਕੋਈ ਪੇਂਟਰ ਪੇਂਟਿੰਗ ਕਰ ਦੇਵੇ, ਜਾਂ ਕੋਈ ਸਟੋਰੀ ਰਾਈਟਰ ਸਟੋਰੀ ਲਿਖ ਦੇਵੇ, ਅਤੇ ਜਦੋਂ ਉਹ ਕੰਪਲੀਟ ਹੋ ਜਾਂਦੀ ਹੈ, ਕੰਪਲੀਸ਼ਨ ਹੋ ਜਾਂਦੀ ਹੈ, ਉਸਦੇ ਪੂਰੇ ਹੋਣ ਤੋਂ ਬਾਅਦ ਉਹ ਚਿੰਤਨ ਕਰਦਾ, ਖੁਸ਼ ਹੁੰਦਾ, ਮਨ ਵਿੱਚ ਸੰਤੁਸ਼ਟ ਹੁੰਦਾ। ਉਸੇ ਤਰ੍ਹਾਂ ਉਸਦੇ ਅਧਿਆਪਕ ਉਸ ਨੂੰ ਦੇਖ ਕੇ ਖੁਸ਼ ਸੀ, ਕਿਉਂਕਿ ਭੋਲੀ ਵਿੱਚ ਹੌਸਲਾ ਆ ਚੁੱਕਾ ਸੀ ਗਲਤ ਨੂੰ ਗਲਤ ਕਹਿਣ ਦਾ। ਪਿਆਰੇ ਵਿਦਿਆਰਥੀਓ, ਇਹ ਲੈਸਨ ਬਹੁਤ ਹੀ ਸਿੱਖਿਆਦਾਇਕ ਹੈ। ਪੂਰੀ ਤੁਸੀਂ ਵੀਡੀਓ ਵਾਚ ਕਰ ਲੈਣਾ। ਇੰਪੋਰਟੈਂਟ ਵਰਡਸ ਮੈਂ ਪ੍ਰੋਨਾਊਂਸ ਕੀਤੇ, ਪੂਰੀ ਸਮਝਣ ਤੋਂ ਬਾਅਦ ਤੁਹਾਨੂੰ ਇਹਦੇ ਕੁਐਸਚਨ ਆਨਸਰ, ਆਬਜੈਕਟਿਵ ਟਾਈਪ, ਰੀਡਿੰਗ ਕੰਪਰੀਹੈਂਸ਼ਨ, ਕੁਐਸਚਨ ਆਨਸਰ ਕਰਨ ਦੇ ਵਿੱਚ ਆਸਾਨੀ ਰਹੇਗੀ। ਆਨਸਰ ਵੀ ਭੇਜ ਦਿੱਤੇ ਜਾਣਗੇ। ਨੈਕਸਟ ਲੈਸਨ ਨੈਕਸਟ ਵੀਡੀਓ ਦੇ ਵਿੱਚ। ਸ਼ੁਭਕਾਮਨਾਵਾਂ।